चलिए शुरू करते हैं। अस्सलाम वालेकुम जी। ਸਾਡੀ ਯਾਰ ਜਦ ਤੂੰ ਗਿਆ ਸੀ ਆਪਣੇ ਸਰਗੋਦੇ ਆਪਣੇ 20 ਜਾ ਕੇ ਜਦਾਦੇ ਕੋਲੇ ਉੱਥੇ ਕੀ ਹੋਇਆ ਸੀ ਤੇਰੇ ਨਾਲ? ਅੱਛਾ, ਜਦੋਂ ਬਾਬੇ ਨੇ ਤੈਨੂੰ ਫੜਵਾਇਆ ਉਹ ਸੁਣਾ। ਉਹ ਜਨਾਬ ਬਹੁਤ ਪੁਰਾਣੀ ਗੱਲ ਆ ਜੀ ਸਾਹਿਬ। ਮੈਂ ਉਦੋਂ ਤਕਰੀਬਨ ਚੌਥੀ ਕਿ ਪੰਜਵੀਂ ਚ ਪੜ੍ਹਦਾ ਸੀ, ਉਦੋਂ ਦੀ ਗੱਲ ਆ। ਇੱਥੇ ਨਾ ਸਾਡੇ ਪਿੰਡ 'ਚ ਕੋਈ ਮਸਲਾ ਬਣ ਗਿਆ, ਕੋਈ ਚੋਰੀ ਦਾ ਰੌਲਾ ਜਿਹਾ ਬਣਿਆ ਨਾ ਜੀ। ਤੇ ਇੱਥੇ ਜਨਾਬ ਲਈ ਸਾਡੇ ਤੇ ਨਾ ਕੋਈ ਚੋਰੀ ਦਾ ਇਲਜ਼ਾਮ ਲੱਗ ਗਿਆ। ਤੇ ਸਾਡੇ ਅੱਬਾ ਜੀ ਉੱਥੇ ਸਰਗੋਦੇ ਪੱਥਰ ਦਾ ਕਾਰੋਬਾਰ ਕਰਦੇ ਸੀ, ਵੀ ਪੁਲ 11 ਵਾਲੇ ਪੱਥਰ ਦਾ ਕਾਰੋਬਾਰ ਕਰਦੇ ਸੀ। ਤੇ ਇਹ ਲੱਗੇ ਕਹਿਣ ਵੀ ਤੂੰ ਸਰਗੋਦੇ ਜਾ ਤੇ ਆਪਣੇ ਅੱਬੇ ਨੂੰ ਲਿਆ ਤੇ ਉਹ ਆ ਕੇ ਮਸਲਾ ਸੈੱਟ ਕਰੂਗਾ। ਮੈਂ ਜਨਾਬ ਚਾਚਾ ਇੱਥੇ ਚਲਾ ਗਿਆ ਸਰਗੋਦੇ। ਸਰਗੋਦੇ ਜਿਸ ਟਾਈਮ ਗਿਆ ਉੱਥੇ ਜਾ ਕੇ ਪਤਾ ਲੱਗਿਆ ਵੀ ਮੇਰਾ ਬਾਬਾ ਤੇ ਅੱਬਾ ਕੋਈ ਝਗੜੇ ਆਪਸ ਵਿੱਚ। ਹਾਂ, ਕੋਈ ਲੈਣ ਦੇਣ ਦਾ ਰੌਲਾ ਹੋਣਾ, ਪਿਓ ਪੁੱਤਰਾਂ ਦਾ ਇਹਨਾਂ ਦਾ ਖਾਸਾ ਝਗੜਾ ਪਿਆ। ਤੇ ਉਹ ਜਨਾਬ ਬਾਬਾ ਸਾਡਾ ਨਾ ਸਾਡੇ ਅੱਬੇ ਤੇ ਦਰਖਾਸਤ ਦੇ ਗੁੱਸਾ ਇਤਨਾ ਹੋਇਆ ਵੀ ਥਾਣੇ ਚਲਾ ਗਿਆ। ਦਰਖਾਸਤ ਦੇ ਆਇਆ ਉਹ ਦਰਖਾਸਤ ਦੇ ਆਇਆ। ਤੈਨੂੰ ਤਕਦੀਰ ਮਾੜੀ ਮੇਰੀ ਵੀ ਮੈਂ ਵੀ ਜਨਾਬ ਉੱਥੇ ਪਹੁੰਚ ਗਿਆ। ਜਾ ਕੇ ਹੁਣ ਮੈਨੂੰ ਕੋਈ ਪਤਾ ਨਹੀਂ ਮਾਮਲਾਤ ਦਾ ਵੀ ਉੱਥੇ ਝਗੜੇ ਆ ਲੜੇ ਆ ਪਿਓ ਪੁੱਤਰ ਕੀ ਮਸਲਾ। ਅੱਛਾ, ਮੈਂ ਜਨਾਬ ਜਿਸ ਟਾਈਮ ਗਿਆ ਨਾ ਉੱਥੇ ਜਾ ਕੇ ਅੱਬੇ ਨੂੰ ਦੱਸਿਆ ਵੀ ਇਸ ਤਰ੍ਹਾਂ ਜੀ ਉੱਥੇ ਕੋਈ ਰੌਲਾ ਬਣ ਗਿਆ ਪਿੰਡ। ਤੇ ਉਹ ਭਾਈਏ ਸਾਡੇ ਤੇ ਮਸਲ ਦਰਖਾਸਤ ਦੇ ਦਿੱਤੀ ਤੇ ਤੁਸੀਂ ਜਾਓ ਜੀ, ਤੁਹਾਡੇ ਜਾਇਆ ਗੱਲ ਬਣ। ਉਹਨੇ ਕਿਹਾ ਚਲੋ ਠੀਕ ਆ। ਉਹ ਫੁੱਫੀ ਮੈਂ ਸਾਡੀ ਲੱਗੀ ਕਹਿਣ ਵੀ ਤੂੰ ਇੱਥੇ ਰਹੋ, ਹੁਣ ਤੇਰਾ ਅੱਬਾ ਚਲਾ ਜਾਏਗਾ, ਤੂੰ ਬੜੇ ਸਾਲਾਂ ਬਾਅਦ ਆਇਆ, ਤੂੰ ਰਹਿ, ਤੂੰ ਪੱਥਰ ਵੇਚ। ਆਹੋ ਵੀ ਤੂੰ ਇੱਥੇ ਰਹਿ ਸਾਡੇ ਕੋਲ 2 ਦਿਨ। ਮੈਂ ਕਿਹਾ ਠੀਕ। ਮੈਂ ਜਨਾਬ ਉੱਥੇ ਰਹਿ ਗਿਆ। ਉਹਨਾਂ ਨੇ ਰੋਟੀ ਛੋਟੀ ਜਨਾਬ ਦੁਪਹਿਰ ਨੂੰ ਪਕਾਈ ਪਕਾਈ ਅਜੇ ਖਾਣਾ ਅੱਗੇ ਸੀਗਾ ਸਜਾਦ। ਮੈਂ ਅਜੇ ਪਹਿਲੀ ਬੁਰਕੀ ਤੋੜੀ ਆ ਬਾਹਰ ਡਾਲਾ ਪੁਲਿਸ ਦਾ। ਵਾਹ, ਯਾਨੀ ਪਿਓ ਪੁੱਤਰ ਦੇ ਝੇੜੇ ਦਾ ਹਾਂ ਸਰਕਾਰ ਮੇਰੀ ਇੰਤਜ਼ਾਮ ਬਾਹਰ ਆ ਗਿਆ। ਉਹ ਜਨਾਬ ਬਾਹਰ ਪੁਲਿਸ ਆ ਗਈ। ਉਹ ਉਹਨਾਂ ਨੇ ਜਨਾਬ ਮੇਰੀ ਮੈਨੂੰ ਬੁਲਾਇਆ, ਹਾਂ ਬਈ ਬਾਹਰ ਆ ਬਈ, ਕਿੱਥੇ ਤੇਰਾ ਅੱਬਾ? ਮੈਂ ਕਿਹਾ ਜੀ ਉਹ ਤਾਂ ਫੈਸਲਾਬਾਦ ਚਲਾ ਗਿਆ। ਉਹਨਾਂ ਨੇ ਕਿਹਾ ਵੀ ਚੱਲ ਬਈ ਤੂੰ ਗੱਡੀ 'ਚ ਬਹਿ। ਮੈਂ ਕਿਹਾ ਰੌਲਾ ਕੀ? ਉਹਨੇ ਕਿਹਾ ਰੌਲਾ ਤੈਨੂੰ ਥਾਣੇ ਦੱਸਾਂਗੇ ਜਾ ਕੇ। ਖੈਰ ਉਹ ਸਾਡੇ ਰਿਸ਼ਤੇਦਾਰ ਹੀ ਭਲੇ ਮਾਨਸ ਬੰਦੇ ਸੀਗੇ, ਉਹਨਾਂ ਦੇ ਵੀ ਹੱਥ ਪੈਰ ਫੁੱਲ ਗਏ ਵੀ ਪਤਾ ਨਹੀਂ ਕਿਆ ਰੌਲਾ। ਖੈਰ ਜੀ ਮੈਨੂੰ ਉਹਨਾਂ ਨੇ ਬਿਠਾਇਆ ਡਾਲੇ 'ਚ, ਲੈ ਗਏ ਸਿੱਲਾਂ ਵਾਲੀ, ਤਹਿਸੀਲ ਸਿੱਲਾਂ ਵਾਲੀ ਹੈ ਸਰਗੋਦੇ ਦੀ। ਉੱਥੇ ਜਨਾਬ ਨੇ ਲੈ ਗਏ ਥਾਣੇ। ਉਹਨਾਂ ਨੇ ਮੈਨੂੰ ਦੱਸਿਆ ਪੁਲਿਸ ਵਾਲਿਆਂ ਨੇ ਵੀ ਤੇਰੇ ਦਾਦੇ ਨੇ ਦਈ ਹੈ ਦਰਖਾਸਤ ਤੇਰੇ ਅੱਬੇ ਤੇ ਉਸ ਰੌਲੇ 'ਚ ਤੈਨੂੰ ਭੁੱਲਿਆ। ਅੱਛਾ, ਉਸ ਮੌਕੇ ਤੇ ਨਾ ਜਨਾਬ ਲਈ ਹੁਣ ਮੈਂ ਉਹਨੂੰ ਕਹਾਂ ਬਾਬੇ ਨੂੰ, ਬਾਬਾ ਮੇਰਾ ਵੀ ਨਾਲ ਹੋਵੇ ਪੁਲਿਸ ਵਾਲਿਆਂ ਦੇ। ਮੈਂ ਕਿਹਾ ਵੀ ਬਾਬਾ ਮੈਂ ਤਾਂ ਈਬ ਆਇਆ। ਉਹਨੇ ਕਿਹਾ ਜਹਾ ਈਬ ਆਇਆ ਜਹਾ ਫੇਰ ਆਇਆ, ਚੌਦੇ ਤਫੈਲ ਕਾ ਭੂਤ ਨਾ ਤੈਂ। ਮੈਂ ਕਿਹਾ ਪੁੱਤਰ ਤਾਂ ਬੋਲਦੇ ਨਹੀਂ ਆ। ਉਹਨੇ ਕਿਹਾ ਫਿਰ ਬੈਠ ਗੱਡੀ ਫੇਰ ਆਵਾਂਗਾ। ਮੈਂ ਵਿੱਚ ਰਹਿ ਗਿਆ ਜੀ। ਹੁਣ ਜਨਾਬ ਉਹਨਾਂ ਨੇ ਨਾ ਖੈਰ ਮੈਨੂੰ ਨਾ ਬੜਾ ਪਿਆਰ ਮੁਹੱਬਤ ਕਰਿਆ ਪੁਲਿਸ ਵਾਲੇ। ਬੱਚਾ ਸੀਗਾ ਮੈਂ। ਉਹਨਾਂ ਨੇ ਪੁੱਛਿਆ ਮੈਨੂੰ, ਹਾਂ ਵੀ ਕੀ ਕਰਦਾ? ਮੈਂ ਕਿਹਾ ਜੀ ਮੈਂ ਪੜ੍ਹਦਾ, ਇਸ ਤਰ੍ਹਾਂ ਕਰਕੇ ਆਇਆ ਸੀ। ਸਾਰੀ ਉਹਨਾਂ ਨੂੰ ਗੱਲਬਾਤ ਸੁਣਾਈ। ਉਹਨਾਂ ਨੇ ਕਿਹਾ ਅੱਛਾ। ਮੈਨੂੰ ਜੀ ਆਪਣੇ ਨਾਲ ਉਹਨਾਂ ਨੇ ਖਾਣਾ ਖਿਲਾਇਆ, ਖਾਣਾ ਛਾਣਾ ਵੀ ਖਿਲਾਇਆ। ਹਾਂ, ਖਿਦਮਤ ਕਰੀ ਜੀ ਪੂਰੀ। ਫਿਰ ਜਨਾਬ ਸਰਦੀ ਦਾ ਮੌਸਮ ਸੀ ਯਾਦ, ਉਹਨਾਂ ਨੇ ਜਨਾਬ ਮੇਰਾ ਸੌਣ ਦਾ ਇੰਤਜ਼ਾਮ ਵੀ ਕਰਿਆ। ਉਹ ਇੱਕ ਨਾ ਪੁਲਿਸ ਵਾਲਿਆਂ ਦਾ ਕਮਰਾ ਸੀਗਾ, ਉਹਦੇ ਸਾਰੇ ਸੰਦੂਕ ਲੱਗੇ ਹੋਏ ਸੀ, ਬਿਸਤਰੇ ਲੱਗੇ ਹੋਏ, ਮੰਜੇ। ਰਾਤ ਨੂੰ ਪੁਲਿਸ ਵਾਲੇ ਸੌਂਦੇ ਸੀ ਉਹਦੇ। ਉੱਥੇ ਜਨਾਬ ਮੈਨੂੰ ਨਾ ਖਿਲਾ ਛਲਾ ਕੇ ਨਾ ਰੋਟੀ ਉੱਥੇ ਜਾ ਕੇ ਪਾਤਾ, ਲੈ ਵੀ ਇੱਥੇ ਪੈ ਜਾ, ਤੇ ਬਾਹਰੋਂ ਲਾਤੀ ਕੁੰਡੀ। ਅੱਛਾ, ਮੈਨੂੰ ਸੀ ਬਚਪਨ ਚ ਆਦਤ ਉੱਤੇ ਮੁੱਤਣ ਦੀ, ਨਵਾਬੀ ਸ਼ੌਕ। ਉਹ ਜਿਸ ਵੇਲੇ ਜਨਾਬ ਬੰਦੇ 10 15 ਸਾਲ ਤੱਕ ਪਿਸ਼ਾਬ ਕਰ ਮੈਂ ਕਹਿੰਦਾ ਵੀ ਪਤਾ ਹੀ ਨਹੀਂ ਸੀ ਲੱਗਦਾ ਵੀ ਪਿਸ਼ਾਬ ਨਿਕਲ ਜਾਂਦਾ ਸੀ। ਇਸ ਗੱਲ ਤੋਂ ਚੱਲਿਆ ਹੋਇਆ ਮੈਂ ਪ੍ਰਾਹੁਣਚਾਰੀ ਵੀ ਨਹੀਂ ਜਾਂਦਾ। ਅੱਛਾ, ਉਹ ਜਨਾਬ ਲਈ ਮੈਨੂੰ ਤਾਂ ਉਹੀ ਆਪਣਾ ਜਿਹੜਾ ਮੇਰਾ ਸਿਸਟਮ ਬਣਿਆ ਹੋਇਆ ਸੀ, ਰਾਤ ਨੂੰ ਮੇਰਾ ਨਿਕਲ ਗਿਆ ਪਿਸ਼ਾਬ ਭਾਈ ਪੁਲਿਸ ਵਾਲਿਆਂ ਦੇ ਬਿਸਤਰੇ 'ਚ। ਉਹ ਜਿਸ ਵੇਲੇ ਪਿਸ਼ਾਬ ਮੈਂ ਪੂਰਾ ਤਸੱਲੀ ਨਾਲ ਕਰ ਲਿਆ ਨਾ, ਨਾਲ ਹੀ ਮੇਰੀ ਅੱਖ ਖੁੱਲ੍ਹ ਗਈ। ਅੱਖ ਖੁੱਲੀ, ਮੈਂ ਹੇਠਾਂ ਨਿਗਾਹ ਮਾਰੀ, ਹੇਠਾਂ ਜਨਾਬ ਫਰਸ਼ ਤੇ ਪਾਣੀ ਉਹ ਪਾਣੀ। ਵਾਹ, ਮੈਂ ਕਿਹਾ ਲੈ ਵੀ ਹੋਰ ਸਿਆਲਾਂ 'ਚ ਪਿਸ਼ਾਬ ਵੀ ਬਹੁਤ ਆਉਂਦਾ। ਉਹ ਜਨਾਬ ਮੈਂ ਬੜਾ ਪਰੇਸ਼ਾਨ ਵੀ ਹੁਣ ਪੁਲਿਸ ਮੈਂ ਥਾਣੇ ਆਇਆ ਹੋਇਆ, ਮੈਂ ਕਿਹੜਾ ਨਾਨਕਾਂ ਦੇ ਆਇਆ ਹੋਇਆ ਵੀ ਇਹ ਸਵੇਰੇ ਹੁਣ ਜੋਤ ਫਿਰੂਗਾ, ਹੁਣ ਤਾਂ ਬਚ ਬਚਾ ਗਏ ਵੀ ਹੁਣ ਜਦੋਂ ਉਹਨਾਂ ਨੇ ਦੇਖਣਾ ਵੀ ਹੇਠਾਂ ਪਾਣੀ ਆ ਬੜਾ ਮਸਲਾ ਬਣਨਾ। ਮੈਂ ਜਨਾਬ ਕੀ ਕੰਮ ਕਰਿਆ, ਉੱਠ ਕੇ ਜਨਾਬ ਉਹਨਾਂ ਦੇ ਬੂਟਾਂ ਦੇ ਵਿੱਚ ਨਾ ਜਰਾਬਾਂ ਸੀਗੀਆਂ ਪੁਲਿਸ ਵਾਲਿਆਂ ਦੀਆਂ, ਉਹ ਮੈਂ ਨਾ 2-3 ਬੂਟਾਂ 'ਚ ਨਾ ਜਰਾਬਾਂ ਕੱਢ ਕੇ ਉਹਦਾ ਬਣਾ ਲਿਆ ਉਹ
ਪੋਚਾ ਜਾ ਪੋਚਾ ਬਣਾ ਕੇ ਜਨਾਬ ਉਹ ਆਪਣਾ ਜਿਹੜਾ ਖੁਰਾ ਸੀ ਨਾ ਉਹ ਖਤਮ ਕਰਿਆ। ਉਹ ਸਾਰੇ ਫਰਸ਼ ਤੇ ਨਾ ਪਿਸ਼ਾਬ ਖਿਲਾਰ ਖਲੂਰ ਕੇ ਜਨਾਬ ਕੋਈ ਪੱਖਾ ਜਰਾਬਾਂ ਚਲਾਇਆ, ਨੇ ਚੂਸ ਲਿਆ, ਹਾਂ। ਕੋਈ ਫਰਸ਼ ਤੇ ਲੱਗ ਗਿਆ। ਪੱਖਾ ਚਲਾ ਕੇ ਸਕਾ ਕੇ ਆਪ ਤਾਂ ਸਾਈਡ ਤੇ ਖੜ ਖੁੜ ਕੇ ਨਾ ਬੁੱਤਾ ਲਾ ਲਿਆ ਜੀ। ਫਿਰ ਜਨਾਬ ਹੁਣ ਸੋਚੀ ਜਾਵਾਂ, ਨੀਂਦ ਮੈਨੂੰ ਕੋਈ ਨਾ ਬਸ ਯਾਦ ਆ ਪਿਛਲੀ ਨੀਂਦ ਰਾਤ ਕਿਆ ਨਹੀਂ ਸੋਚਦੇ ਹੀ ਸੀ ਵੀ ਹਾਂ, ਵੀ ਪੁਲਿਸ ਹੁਣ ਵਾਲਿਆਂ ਨੇ ਸਰਕਾਰ ਵਿੱਚ ਜਦੋਂ ਬਿਸਤਰਾ ਉਹਨਾਂ ਨੇ ਦੇਖਣਾ ਉਹਨਾਂ ਨੇ ਤਾਂ ਮੇਰੇ ਕੁੱਟਣਾ। ਮੈਂ ਤਾਂ ਆਪਣੇ ਨਾਲ ਕੰਮ ਕਰਦੇ, ਮੈਨੂੰ ਤਾਂ ਸ਼ੌਕ ਹੀ ਬੜਾ ਸੀ ਕਿ ਨਵਾਬੀ ਇਹ ਤਾਂ ਭਾਵੇਂ ਮੈਂ ਜਿੱਥੇ ਵੀ ਸੋਣਾ ਰਿਹਾ, ਯਾਨੀ ਕਿ ਮੂਤਣਾ ਉੱਤੇ ਹੁੰਦਾ ਸੀ। ਤੇ ਉਹ ਜਨਾਬ ਜਿਸ ਵੇਲੇ ਸੁਬਾਹ ਹੋਈ ਨਾ, ਉਹਨਾਂ ਨੇ ਕੁੰਡੀ ਜਿਸ ਵੇਲੇ ਖੋਲੀ, ਮੈਨੂੰ ਕੱਢਣ ਲੱਗੇ ਨਾ, ਲੈ ਵੀ ਮੂੰਹ ਹੱਥ ਧੋ ਤੇ ਨਾਸ਼ਤਾ ਕਰ ਲਾ ਬਈ ਰਾਣਾ। ਮੈਂ ਕਿਹਾ ਅੱਛਾ ਜੀ। ਮੈਂ ਜਨਾਬ ਹੁਣ ਮੂੰਹ ਧੋਣ ਵਾਸਤੇ ਗਿਆ। ਉੱਥੇ ਮੈਂ ਚਾਚਾ ਇਸ ਤਰਤੀਬ ਨਾਲ ਮੂੰਹ ਧੋਇਆ ਨਾ, ਵੀ ਛਪੱਕੇ ਮਾਰ ਕੇ ਨਾ ਮੂੰਹ ਤੇ ਵੀ ਕੱਪੜਿਆਂ ਦਾ ਨਾ ਉਹ ਜਿਹੜਾ ਉਹ ਗਿੱਲ ਸੀ ਨਾ ਵੀ ਉਹ ਜਰਾ ਵੱਤਰ ਇੱਕੋ ਜਿਹਾ ਬਰਾਬਰ ਹੋ ਜੇ ਸਾਰਾ। ਉਹ ਜਨਾਬ ਉਹਨਾਂ ਨੇ ਨਾਸ਼ਤਾ ਨੁਸ਼ਤਾ ਕਰਿਆ। ਹੁਣ ਮੇਰੇ ਇਹੀ ਦੇਨ ਚ ਹੋਏ ਵੀ ਅੱਲਾ ਕਰੇ ਬਿਸਤਰਾ ਨਾ ਦੇਖ ਲੈਣ, ਇੱਥੋਂ ਮੈਨੂੰ ਲੈ ਕੇ ਆਗਾ ਪਿੱਛੇ ਕਿਧਰੇ ਲੈ ਜਾਣ, ਪਿੱਛੋਂ ਆਪੇ ਰੌਲਾ ਪੈਂਦਾ ਫਿਰੂਗਾ। ਖੈਰ ਫਿਰ ਉਹਨੇ ਨਾਸ਼ਤਾ ਨੁਸ਼ਤਾ ਮੈਨੂੰ ਕਰਾ ਖਰੂ ਕੇ ਜਨਾਬ ਥਾਣੇ ਚਲੇ ਗਏ। ਥਾਣੇ ਤੇ ਪਿੰਡ ਵਾਲੇ ਵੀ ਆ ਗਏ ਤੇ ਜਨਾਬ ਮੇਰੇ ਬਾਬਾ ਵੀ ਆ ਗਿਆ, ਅੱਬਾ ਵੀ ਪਹੁੰਚ ਗਿਆ, ਸਾਰੇ ਮਸਲ ਉੱਥੇ ਸਾਡੀ ਸੁਲਾ ਹੋ ਗਈ। ਲੈ ਬਈ ਨਾ ਉਹਨਾਂ ਨੇ ਜਦੋਂ ਪਿੱਛੋਂ ਸੰਭਾਲਿਆ ਹੋਣਾ ਨਾ ਬਿਸਤਰਾ, ਕਹਿੰਦੇ ਹੋਣੇ ਵੀ ਚੰਗੀ ਵੀ ਮਹਿਮਾਨ ਨਵਾਜ਼ੀ ਕਰੀ ਬੰਦਾ ਜਿਹੜਾ ਤੇ ਸਲਾਹ ਵੀ ਛੱਡ ਕੇ ਸਾਡੇ ਇਹੋ ਜਿਹੀ ਇਹ ਬਰਸ ਸੀਗੀ। ਇਹ ਬਹੁਤ ਅਰਸਾ ਬਾਅਦ ਆਪੇ ਖਤਮ ਹੋਈ ਆ। ਬੜੇ ਮਤਲਬ ਦਵਾਈਆਂ ਬੂਟੀਆਂ ਵੀ ਕਰੀਆਂ। ਛਡਾਇਆ ਫਿਰ ਬਾਬੇ ਨੇ, ਹਾਂ ਬਾਬੇ ਨੇ ਆਇਆ। ਹਾਂ ਉਹਨੇ ਕਿਹਾ ਜੀ ਮੇਰਾ ਪੋਤਾ ਵਾ, ਮੇਰੇ ਬਦੇ ਗਲਤੀ ਹੋ ਗਈ, ਮੈਂ ਵੀ ਭਾਈ ਮਾਫੀ ਮੰਗੀ। ਉਹ ਥਾਣੇਦਾਰ ਨੂੰ ਪਤਾ ਵੀ ਘਰੇਲੂ ਇਹਨਾਂ ਦਾ ਰੌਲਾ ਆ ਤੇ ਕਿਹੜਾ ਉਹ ਸੀ। ਉਹਨੇ ਕਿਹਾ ਵੀ ਮਾਫੀ ਮੰਗੀ, ਮੈਂ ਬਾਬੇ ਕੋਲ ਮਾਫੀ ਮੰਗੀ। ਬਾਬੇ ਨੇ ਕਿਹਾ ਤੋਰੇ ਚੌਦੇ ਤੰਗ ਕਰਾਂਗੇ। ਮੈਂ ਕਿਹਾ ਨਾ ਬਾਬਾ ਅਸੀਂ ਨਹੀਂ ਕਰਦੇ। ਮੈਨੂੰ ਤਾਂ ਫਿਕਰ ਸੀਗਾ ਦੂਸਰਾ ਆਪਣਾ ਹੋਰ ਬਾਬੇ ਦਾ ਥੋੜਾ ਸੀਗਾ। ਮੈਂ ਕਿਹਾ ਜੇ ਮੂੰਹ ਤੋਂ ਜਿਹੜਾ ਖੁਰਾ ਫੜੀ ਗਿਆ ਨਾ, ਹੁਣ ਉਹਨਾਂ ਨੇ ਫੜਨਾ ਵੀ ਸਕਾ ਕੇ ਪਿਓ ਦੇ ਕੇ ਜਾ ਧੋ ਕੇ ਜਾ ਸਕਾ ਕੇ ਜਾ। ਹਾਂ ਲੈ ਬਈ ਯਾਦ ਫੱਕੀ ਨੂੰ ਸੁਣਾਓ ਬਈ। ਲਓ ਜੀ ਨਾ ਹੱਥ ਜੀ ਫੜ ਲਾ। ਪਹਿਲਾਂ ਨਾ ਸਾਡੇ ਆਪਣੇ ਉਰੇ ਆ ਰੇਲਵੇ ਲਾਈਨ, ਇੱਥੇ ਗੱਡੀਆਂ ਕਈ ਆਇਆ ਕਰਦੀਆਂ ਸੀ। 5-6 ਟਾਈਮ ਲਾਹੌਰੋਂ ਆਉਂਦੇ ਸੀ, 5-6 ਇੱਧਰੋਂ। ਅਕਸਰ ਬੰਦੇ ਜ਼ਿਆਦਾ ਨਾ ਗੱਡੀ ਤੇ ਸਫ਼ਰ ਕਰਦੇ ਸੀ। ਸੁਬਾਹ 6 ਵਜੇ ਆਉਂਦੀ ਸੀ, ਫਿਰ 9 ਵਜੇ ਆਉਂਦੀ ਸੀ, ਫਿਰ 10 ਵਜੇ, ਫਿਰ 12 ਵਜੇ। ਆ ਬੱਸਾਂ ਬੁੱਸਾਂ ਤਾਂ ਹੈ ਹੀ ਨਹੀਂ ਸੀ ਉਦੋਂ। ਫਿਰ 2 ਵਜੇ, ਫਿਰ 4 ਵਜੇ। ਹਾਂ ਇਹ ਟਾਈਮ ਮੁਖਤਲਿਫ ਸੀਗੇ, ਯਾਨੀ ਸਾਰੀ ਦਿਹਾੜੀ ਨਾ ਕੋਈ ਨਾ ਕੋਈ ਗੱਡੀ ਆਉਂਦੀ ਰਹਿੰਦੀ। ਸਵਾਰੀਆਂ ਜ਼ਿਆਦਾ ਥੀ। ਹਾਂ ਉਹ ਇਸ ਵਜ੍ਹਾ ਤੋਂ ਟ੍ਰੇਨ ਦੀ ਸਹੂਲਤ ਵਾਲੀ। ਅੱਛਾ 2 ਬਾਬੇ ਜਨਾਬ ਨਾ ਹੁਣ ਸਟੇਸ਼ਨ ਤੇ ਚਲੇ ਗਏ। ਉਹਨਾਂ ਨੇ ਜਾਣਾ ਸੀਗਾ, ਇੱਕ ਨੇ ਲਾਹੌਰ ਜਾਣਾ ਸੀ, ਇੱਕ ਨੇ ਜਾਣਾ ਸੀ ਸ਼ੇਖੂਪੁਰੇ। ਹੁਣ ਜਿਸ ਵੇਲੇ ਗੱਡੀ ਆ ਜਾਂਦੀ ਸੀ ਨਾ ਕੁਜਵਾਣੀ, ਤੇ ਉਹ ਫਿਰ ਜਿਹੜਾ ਬਾਬੂ ਉਹ ਟਿਕਟਾਂ ਕਹਿੰਦਾ ਸੀ ਵੀ ਲੈ ਲਓ, ਆ ਜਾਓ ਆਵਾਜ਼ ਨਿਕਲੀ ਹਾਂ ਵੀ ਆ ਜਾਓ ਵੀ ਟਿਕਟਾਂ ਲੈ ਲਓ। ਖੁੱਲ ਗਈਆਂ। ਗੱਡੀ ਕੁਜਵਾਣੀ ਆਈ ਤੇ ਉਹਨੇ ਕਿਹਾ ਵੀ ਆ ਜਾਓ ਵੀ ਟਿਕਟਾਂ ਲੈ ਲਓ। ਹੁਣ ਬਾਬਿਆਂ ਨੇ ਟਿਕਟਾਂ ਲੈ ਲਈਆਂ ਦੋਵਾਂ ਨੇ। ਇੱਕ ਬਾਬਾ ਵਿੱਚੋਂ ਸ਼ੁਗਲੀ ਸੀ। ਉਹ ਬਾਬਾ ਦੂਏ ਬਾਬੇ ਨੂੰ ਲੱਗਿਆ ਕਹਿਣ, ਕਹਿ ਰਿਹਾ ਟਿਕਟ ਲੈ ਲਈ? ਕਹਿ ਰਿਹਾ ਹਾਂ ਲੈ ਲਈ। ਕਹਿ ਰਿਹਾ ਦਿਖਾਈਏ। ਉਹ ਦੇਖ ਕੇ ਟਿਕਟ ਹੀ ਕਹਿ ਰਿਹਾ ਓਹੋ, ਕਹਿ ਰਿਹਾ ਤੈਨੂੰ ਤਾਂ ਬਾਬੂ ਨੇ ਟਿਕਟ ਹੀ ਜਨਾਨਾ ਦੇ ਦੀ। ਅੱਛਾ ਟਿਕਟ ਵੀ ਜਨਾਨਾ ਟਿਕਟ ਦੇ ਦਿੱਤੀ ਤੈਨੂੰ। ਉਹ ਬਾਬਾ ਭਾਈ ਜਾ ਕੇ ਬਾਬੂ ਦੇ ਨਾਲ ਔਖਾ ਭਾਰਾ ਲੱਗ ਗਿਆ। ਹੁਣ ਕਹਿ ਰਿਹਾ ਬਾਬੂ ਤੈਨੂੰ ਮੈਂ ਹੀ ਲੱਭਿਆ ਸੀ ਚਾਹ ਕਰਨੇ ਨੂੰ। ਕਹਿ ਰਿਹਾ ਕੀ ਹੋਇਆ? ਕਹਿ ਰਿਹਾ ਤੂੰ ਮੈਨੂੰ ਟਿਕਟ ਜਨਾਨਾ ਕਿਉਂ ਦੇਈ? ਉਹ ਕਹਿ ਰਿਹਾ ਯਾਰ ਟਿਕਟਾਂ ਇੱਕੋ ਹੀ ਹੁੰਦੀਆਂ, ਬੰਦਿਆਂ ਔਰਤਾਂ ਦੀ ਲਹਿਦਾ ਨਹੀਂ ਹੁੰਦੀ। ਨਹੀਂ ਕਹਿ ਰਿਹਾ ਯਾਰ ਤੂੰ ਮੈਨੂੰ ਟਿਕਟ ਆ ਜਨਾਨਾ ਦੇਈ ਆ। ਉਹ ਦੂਏ ਬੰਦਿਆਂ ਨੇ ਵੀ ਰੌਲਾ ਸੁਣਿਆ, ਉਹਨਾਂ ਨੇ ਸਮਝਾਇਆ ਵੀ ਨਹੀਂ ਬਾਬਾ ਟਿਕਟ ਜਿਹੜੀ ਨਾ ਇੱਕੋ ਹੀ ਹੁੰਦੀ ਹੈ। ਅੱਛਾ ਉਹ ਜਨਾਬ ਗੱਲ ਲੱਗ ਗਈ ਨਿਆਣਿਆਂ ਨੂੰ ਪਤਾ ਵੀ ਆਹ ਰੌਲਾ ਬਣਿਆ ਬਾਬਿਆਂ ਦਾ। ਤਾਂ ਹੁਣ ਉਹ ਨਿਆਣੇ ਉਸ ਬਾਬੇ ਨੂੰ ਛੇੜਿਆ ਕਰਨ ਜਿਹਨੂੰ ਟਿਕਟ ਜਨਾਨਾ ਮਿਲਿਆ ਸੀ। ਉਹ ਗਾਣਾ ਚੱਲਿਆ ਸੀ ਕਿਹਨੇ ਕਿਹਨੇ ਜਾਣਾ ਬਿੱਲੋ ਦੇ ਘਰ ਹੈ। ਉਹ ਕਿਆ ਕਰਨ ਨਿਆਣੇ ਉਹ ਬਾਬੇ ਨੂੰ ਦੇਖ ਕੇ ਵੀ ਕਿਹਨੇ ਕਿਹਨੇ ਜਾਣਾ ਬਿੱਲੋ ਦੇ ਘਰ, ਟਿਕਟ ਕਟਾਓ ਲਾਈਨ ਬਣਾਓ। ਟਿਕਟ ਜਨਾਨਾ ਕਿ ਮਰਦਾਨਾ? ਬਾਬੇ ਨੂੰ ਚੜਨੀ ਕਾਵੜ ਨੇ ਕੱਢਣੀਆਂ ਗਾਲਾਂ ਜਨਾਬ, ਮਗਰ ਲੱਗ ਜਾਣਾ ਦੇ ਵੱਟਾ ਨਿਆਣਿਆਂ ਦੇ। ਬਹੁਤ ਉਹਦਾ ਬਾਬੇ ਦਾ ਸ਼ੁਗਲ ਬਣਿਆ ਰਿਹਾ।
ਇਹ ਸਾਦਾ ਲੋਕ ਸੀਗੇ। ਬੜੇ ਸਾਦਾ ਲੋਕ। ਬਹੁਤ ਸਾਦਾ ਲੋਕ ਬਾਕੀ ਉਹ ਇਸੇ ਤਰ੍ਹਾਂ ਨਾ ਇਸੇ ਆ ਕਿਨੇ ਜਾਣਾ ਦਿੱਲੋ ਦੇ ਘਰ ਗਾਣਾ ਨਾ, ਸਾਡਾ ਇੱਕ ਨੌਕਰ ਸੀ ਤੇ ਉਹਨੇ ਵੀ ਸੁਣਿਆ ਨਵਾਂ ਗਾਣਾ ਆਇਆ ਨਾ ਹਾਜੀ ਸਾਹਿਬ, ਇਹ ਇਬਰਾਰੁਲ ਹਕ ਦਾ ਸੀ ਮੇਰਾ ਖਿਆਲ। ਆਹੋ, ਇਬਰਾਰੁਲ ਹਕ ਨੇ ਗਾਣਾ ਗਾਇਆ। ਉਹ ਸੀ ਜਾਂਗਲੀ, ਜਿਹੜਾ ਸਾਡਾ ਮੁਲਾਜ਼ਮ ਸੀ ਨਾ, ਜਾਂਗਲੀ ਦੀ ਆਪਣੀ ਲਹਿਰ ਚ ਨਾਲੇ ਉਹ ਪੱਠੇ ਵੱਢ ਰਿਹਾ ਫੱਕੀ, ਉਹਨੇ ਨਾ ਜਨਾਬ ਭਾਈ ਕੰਨ ਤੇ ਹੱਥ ਰੱਖ ਲਿਆ, ਉਸੇ ਕਿਹਾ ਕਾਂ ਹੈ ਜਾਵਣਾ ਹੈ ਬਿੱਲੋ ਦੇ ਘਰ। ਯਾਨੀ ਕਿ ਝਟਕਾ ਸੀ ਨਾ ਉਹ। ਮੈਂ ਉਹਨੂੰ ਕਿਹਾ ਵੀ ਜੇ ਇਬਰਾਰੁਲ ਹਕ ਨੂੰ ਲੱਗ ਗਿਆ ਨਾ ਪਤਾ ਵੀ ਮੇਰੇ ਗਾਣੇ ਦੀ ਇਹ ਜੀ ਬੇਕਦਰੀ ਹੋ ਰਹੀ ਤੇ ਤੈਨੂੰ ਉਹਨੇ ਉਹ ਪਰਚਾ ਕਰਾ ਦੇਣਾ। ਖੁਦਾ ਦਾ ਨਾ ਸਿੱਧੇ ਤੇ ਲਫ਼ਜ਼ ਬੋਲ ਅਗੇ ਮੁੜ ਜੋ ਮੈਂ ਤਾਂ ਆਪਣੀ ਜ਼ੁਬਾਨ 'ਚ ਕਿਹਾ ਖੜਾ ਕਾਂ ਹੈ ਜਾਵਣਾ ਬਿੱਲੋ ਦੇ ਘਰ। ਇਹ ਜਿਹੇ ਬੜੇ ਸ਼ੁਗਰ ਬੜੇ ਦੇ ਗਾਣੇ ਤੇ। ਯਾਦ ਆ ਗਈ ਸਟੇਸ਼ਨ ਤੋਂ ਗੱਲ ਯਾਦ ਆ ਗਈ। ਉਹਨਾਂ ਪਹਿਲਾਂ ਸਾਰੇ ਇੱਥੋਂ ਤਾਂਦਲੂ ਸੌਦਾ ਲਿਆਉਂਦੇ ਹੁੰਦੇ ਸੀ ਤੇ ਸਾਡੀ ਵੀ ਮਾਈ ਤੇ ਮਿਲਾਬਰੀ ਸਾਰੀਆਂ ਤਾਂਦਲੂ ਸੌਦਾ ਲਿਆਉਂਦੇ ਸੀ। ਸਜਾਦ ਦੀ ਦਾਦੀ ਉਹ ਹੁਣ ਸਵੇਰ 6 ਵਾਲੀ ਗੱਡੀ ਤੇ ਜਾਂਦੀਆਂ ਹੁੰਦੀਆਂ ਸੀ। ਉਹ ਬੈਠੀਆਂ ਸਟੇਸ਼ਨ ਤੇ, ਗੱਡੀ ਪਤਾ ਲੱਗ ਗਿਆ ਵੀ ਕਜਵਾਣੀ ਪਹੁੰਚ ਗਈ ਹੈ। ਅੱਛਾ। ਉਹ ਹੁਣ ਉਹਨਾਂ ਨੇ ਕਿਹਾ ਜੀ ਟਿਕਟ ਦਿਓ, ਕਹਿੰਦੇ ਬਾਬੂ ਨਾਸ਼ਤਾ ਕਰ ਰਿਹਾ। ਉਹ ਜਨਾਬ ਲਈ ਫਿਰ ਪਤਾ ਕਰਾਇਆ ਜੀ ਬਾਬੂ ਨਾਸ਼ਤਾ ਕਰ ਰਿਹਾ। ਥੋੜੀ ਦੇਰ ਬਾਅਦ ਫਿਰ ਗੱਡੀ ਟੁਰਨ ਲੱਗੀ ਹੈ ਟਿਕਟਾਂ ਦੇ ਫਿਰ ਮਸਲਾ ਬਣ ਜਾਏਗਾ। ਕਹਿੰਦੇ ਬਾਬੂ ਨਾਸ਼ਤਾ ਕਰ ਰਿਹਾ। ਯਾਦ ਦੀ ਦਾਦੀ ਕਹਿੰਦੀ ਮੈਂ ਦੇਖੂ ਸਹੀ ਨਾਸ਼ਤਾ ਕੈਸਾ ਹੋਗਾ। ਉਹਨਾਂ ਨੂੰ ਕਿਆ ਪਤਾ ਨਾਸ਼ਤਾ ਕੈਸਾ ਹੁੰਦਾ ਹੈ। ਉਹ ਸਿੱਧੇ ਬੰਦੇ ਸੀ। ਉਹ ਜਿਸ ਟਾਈਮ ਅੰਦਰ ਗਈ ਸੁੱਕੀਆਂ ਰੋਟੀਆਂ ਚਾਹ 'ਚ ਡਬੋ ਕੇ ਖਾਏ ਪਿਆ। ਉਹਨੇ ਕਿਹਾ ਚੌਥਾ ਜਵਾ ਜੁੱਤੀ ਪੜ ਲਈ ਜੋ ਨਾश्ता हुआ तय सुखियां रोटियां का दुनिया बाहर खज्जल हो रही तय सुखियां रोटियां चाह में डबो का घर है जो नाश्ता इसनू कहा। ਇਹ ਹਿਸਾਬ ਭਾਈ ਸਿੱਧੇ ਸਿੱਧੇ ਬੰਦੇ ਹੁੰਦੇ ਸੀ। ਉਹ ਸਾਡਾ ਜ਼ਿਆਦਾ ਜਟਕਾ ਇਲਾਕਾ ਇੱਧਰ ਨਾ ਜੀ, ਜਟਕੇ ਲੋਕ ਜ਼ਿਆਦਾ। ਤੇ ਇੱਕ ਨਾ ਜਨਾਬ ਮਾਈ ਨੇ ਗੱਡੀ ਚੜ੍ਹਨਾ ਹੋਵੇ, ਉਹਦੇ ਕੋਲ ਪੈਸੇ ਕੋਈ ਨਾ, ਉਹਨੇ 10 ਸਿਰ ਕਣਕ ਲੈ ਆਂਦੀ ਘਰੋਂ। ਉਹ ਜਿਹੜੀ ਬਾਹਰ ਸੀਟ ਜੀ ਨਿਕਲੀ ਹੁੰਦੀ ਜਿੱਥੇ ਟਿਕਟ ਫੜੀ ਦਾ, ਉੱਥੇ ਲਿਆ ਕੇ ਨਾ ਬਾਬੂ ਦੇ ਅੱਗੇ ਉਹਦੇ 10 ਸਿਰ ਕਣਕ ਉੱਤੇ ਕਿ ਬਾਬੂ ਦੇ ਇਕੱਠੀ ਕਿਸ ਉਹ ਟਿਕਸ ਕਹਿੰਦੇ ਅੱਗੇ ਟਿਕਸਾਂ ਤੇ ਇਹਦੇ ਬਾਬੂ ਉਹ ਕਹਿ ਰਿਹਾ ਮਾਈ ਪੈਸੇ ਦਿਓ ਸਕੇ ਪੈਸੇ ਐਣ ਕੋ ਨਹੀਂ ਦਾਣਿਆਂ ਦੀ ਦੇ ਤੋਲ ਕੇ ਜਿਹੜੇ ਬਾਬੇ ਦੇਣ ਪੈਸੇ ਸਾਡੇ ਵਾਪਸ ਦੇ ਦੇ। ਦੇਸੀ ਲੋਕ ਸੀ ਮਤਲਬ ਵੀ ਉਹਨਾਂ ਨੂੰ ਨਾ ਐਡੀ ਹੁਸ਼ਿਆਰੀ ਕੋਈ ਨਹੀਂ ਸੀਗੀ। ਹੁਣ ਤਾਂ ਬਈ ਦੁਨੀਆ ਫੜ ਗਈ ਤੇ ਬੜੀ ਦੂਰ ਗੱਲ ਚਲੀ ਗਈ। ਉਹ ਜਟਕਾ ਬੰਦਾ ਸੀ ਜੀ, ਉਹਨੇ ਜਾਣਾ ਸੀ ਕਿਧਰੇ, ਪਤਾ ਹੈ ਨਹੀਂ ਸੀ ਨਾ ਗੱਡੀ ਪਹਿਲਾਂ ਦੇਖੀ ਸੀ ਉਹਨੇ। ਹਲੇ ਵੀ ਹੈ ਕਈ ਇਹੋ ਜਿਹੇ ਬੰਦੇ, ਉਹ ਜਿਵੇਂ ਆਪਣਾ ਗੁਆਂਢੀਆਂ ਦਾ ਨੌਕਰ ਆ ਨਾ, ਉਹ ਜਨਾਬ ਨਾ ਜਾਂ ਗੱਡੀ ਆਉਂਦੀ ਤੇ ਉਹ ਭੱਜ ਪਿਆ ਕਰੇ ਲੈਣ ਤੇ, ਮੈਂ ਗੱਡੀ ਵੇਖਣੀ ਕਿਹੋ ਜਿਹੀ ਹੁੰਦੀ ਹੁਣ ਵੀ। ਅੱਛਾ, ਉਹਨੇ ਜਾਣਾ ਸੀ ਤੇ ਟਿਕਟ ਆਪਣਾ ਲੈ ਲਿਆ। ਉਹ ਤੇਰੇ ਵਰਗੇ ਨੂੰ ਲੱਗਿਆ ਪੁੱਛਣ ਵੀ ਗੱਡੀ ਕਿਹੋ ਜਿਹੀ ਹੁੰਦੀ ਆ। ਉਹਨੇ ਕਿਹਾ ਵੀ ਕਾਲੇ ਰੰਗ ਦੀ ਹੋਊਗੀ, ਜਿਵੇਂ ਮਾਸ਼ਾਅੱਲਾ ਆਪਣੇ ਭਾਈ ਦਾ ਤੇ ਆਪਣਾ ਧੂਆਂ ਕੱਢਦੀ ਆਊਗੀ। ਉਹ ਗੱਡੀ ਤੂੰ ਉਹਦੇ ਤੇ ਚੜ੍ਹ ਜਾਣਾ, ਆ ਟਿਕਟ ਤੂੰ ਲੈ ਲਿਆ। ਉਹਨੇ ਕਿਹਾ ਠੀਕ ਹੈ ਜੀ। ਉਹ ਇੱਧਰੋਂ ਨਾ ਇੱਕ ਬੰਦਾ ਆ ਰਿਹਾ, ਰੰਗ ਉਹਦਾ ਕਾਲਾ ਸ਼ਾਹ ਤੇ ਸਿਗਰਟ ਉਹਨੇ ਲਾਈ ਹੋਈ, ਧੂਆਂ ਹੀ ਧੂਆਂ ਕੱਢਦਾ ਆਵੇ। ਉਹਨੇ ਕਿਹਾ ਵਾਹ ਬਈ ਵਾਹ ਗੱਡੀ ਤਾਂ ਆ ਗਈ। ਉਹਨੇ ਮਾਰੀ ਪਟੂਸੀ ਉਹਦੇ ਮੋਢਿਆਂ ਤੇ। ਉਹ ਕਹਿ ਰਿਹਾ ਤੁਰ ਤੁਰ ਪਿੱਛੋਂ ਮਗਰੋਂ ਲੈ, ਤੂੰ ਕੀ ਬਲਾ। ਉਹਨੇ ਕੱਢੀ ਟਿਕਟਾਂ ਦਾ ਆਰਟੀ ਸਕਣਾ ਹੀ ਲਈ ਹੋਈ। ਮੈਂ ਕਿ ਮੁਕਤੀ ਚੜਦਾ ਪਿਆ, ਮੈਂ ਨਹੀਂ ਲਾਣਾ ਹੇਠ। ਉਹ ਮਾਸੇ ਉਹਨੇ ਉਸ ਤੋਂ ਜਾਨ ਛਡਾਈ। ਉਹਨੇ ਕਿਹਾ ਚੰਗੀ ਟਿਸਕ ਲਈ ਤੂੰ। ਇਹੋ ਜਿਹੇ ਬੰਦੇ ਸੀ। ਇਹਨਾਂ ਦੀ ਵੀ ਸੁਣੋ ਭਾਈ ਹੋਰੀ ਕੀ ਕਹਿੰਦੇ ਆ। आज की बात सुनाने राणा जी, ਪੁਰਾਣੀ ਸਟੋਰੀ ਸੁਣਾ ਦਿਓ। ਆਪਣੇ ਪੁਰਾਣੇ ਵਕਤਾਂ 'ਚ ਨਹੀਂ, ਹਾਂਜੀ, ਬਹੁਤ ਜ਼ਿਆਦਾ ਪੁਰਾਣਾ ਵਕਤ, ਯਾਨੀ ਸਮਝ ਲਓ ਕੋਈ 100-150 ਸਾਲ ਪੁਰਾਣਾ। ਅੱਛਾ, ਸਾਡੇ ਜੰਮਣ ਤੋਂ हाँ, वाह। उस वक्त जहलीत इतनी थी ना, अमीर लोग ਜਿਹੜੇ ਤਕੜੇ ਸੀ ਨਾ, ਕਾਫੀ ਵੱਡੇ ਜ਼ਿਮੀਦਾਰ, ਉਹ ਇਹ ਕਰਿਆ ਕਰਦੇ ਸੀ ਜੇ ਕਿਸੇ ਦੇ ਬੱਚੀ ਇੱਕ ਹੀ ਹੈ ਨਾ, ਕੋਈ ਬੱਚਾ ਨਹੀਂ ਹੈ, ਉਹ ਬੱਚੀ ਦੀ ਕੁਰਾਨ ਨਾਲ ਸ਼ਾਦੀ ਕਰ ਦੋ। ਜਹਲੀਅਤ ਸੀ, ਕੁਰਾਨ ਨਾਲ ਸ਼ਾਦੀ ਕਰ ਲੈਣੀ, ਉਹਨੂੰ ਘਰ ਹੀ ਰੱਖ ਲੈਣਾ, ਉਹ ਜਦਾਦ ਘਰ ਦੀ ਘਰ 'ਚ ਹੀ ਰਹਿ ਜਾਣੀ। ਠੀਕ। ਉਹ ਬੜੇ ਮਸਲੇ ਮਸਾਇਲ ਖੈਰ ਜੀ ਹੋਣੇ ਕਰਨੇ, ਮਾਂ ਨੇ ਵੀ ਜ਼ੋਰ ਮਾਰਨਾ ਵੀ ਨਹੀਂ ਇਹ ਨਹੀਂ ਸਹੀ ਹੈ। ਉਹਨਾਂ ਨੇ ਕਿਹਾ ਨਹੀਂ ਅਸੀਂ ਵੱਡੇ ਹਾਂ, ਜੋ ਵਡੇਰੇ ਜੋ ਕਰਤਾ ਠੀਕ ਕਰਤਾ। ਇਸੇ ਤਰ੍ਹਾਂ ਟਾਈਮ ਗੁਜ਼ਰਦਾ ਰਿਹਾ। ਆਸਤਾ ਆਸਤਾ ਲੋਕਾਂ ਨੂੰ ਜਿਸ ਤਰ੍ਹਾਂ ਸਮਝ ਆਉਣ ਲੱਗ ਗਈ
ਸ਼ੌਰ ਲੱਗ ਗਿਆ ਸ਼ੌਰ ਆਉਣ ਲੱਗ ਗਿਆ, ਵਕਤ 'ਚ ਤਬਦੀਲੀ ਆਉਣ ਲੱਗ ਗਈ। ਉਹ ਫਿਰ ਇਹ ਫਿਰ ਚਾਨਸ ਜਿਹੜਾ ਨਾ ਉਸ ਨੂੰ ਲੜਕੀ ਨੇ ਸੋਚਿਆ ਵੀ ਇਹ ਖਤਮ ਕਰਨਾ ਚਾਹੀਦਾ ਅੱਛਾ ਕਿਸੇ ਤਰੀਕੇ ਨਾਲ। ਥੋੜਾ ਜਿਹਾ ਜੇ ਮਹਿਸੂਸ ਨਾ ਕਰੇ ਅੱਛਾ ਜੀ, ਲਓ ਜੀ, ਪਿੱਛੇ ਨੂੰ ਕੰਨ ਤੇ ਸਿੱਟ ਲਿਆ ਕਰ, ਸ਼ਕਲ ਦੇਖਣੀ ਇਹਦੀ। ਹਾਂ ਮੂੰਹ ਨਹੀਂ ਨਾ ਦਿਖਦਾ। ਅੱਛਾ, ਥੋੜੇ ਜਿਹਾ ਅੱਗੇ ਹੋ ਜਾ। ਅੱਛਾ ਉਹ ਖੈਰ ਕਾਫੀ ਅਰਸਾ ਗੁਜ਼ਰ ਗਿਆ, ਉਹ ਇੱਕ ਪੀੜ੍ਹੀ ਗੁਜ਼ਰ ਗਈ, ਦੂਸਰੀ ਦੀ ਇਸੇ ਤਰ੍ਹਾਂ ਹੀ ਚਾਨਸ ਹੋਇਆ ਜ਼ਬਰਦਸਤੀ। ਅੱਛਾ ਅੱਗੇ ਤੇ ਚੁੱਪ ਵਾਲੀ ਗੱਲ ਸੀ ਨਾ, ਫਿਰ ਉਹ ਜ਼ਬਰਦਸਤੀ ਵਾਲੀ ਗੱਲ, ਦੂਸਰੀ ਪੀੜ੍ਹੀ ਗੁਜ਼ਰ ਗਈ। ਜੋ ਤੀਸਰੀ ਪੀੜ੍ਹੀ ਆਈ ਨਾ, ਉਸ ਟਾਈਮ ਮਤਲਬ ਲੜਕੀ ਨੇ ਆਪਣੇ ਨਿਕਾਹ ਕਰਾਉਣ ਲੱਗੇ ਨਾ ਕੁਰਾਨ ਪਾਕ ਨਾ, ਉਹਨੇ ਕਿਹਾ ਵੀ ਇਹ ਨਹੀਂ ਹੋਣਾ ਹੈ। ਠੀਕ। ਉਹਨੇ ਕਿਹਾ ਕਿਉਂ? ਉਹਨੇ ਕਿਹਾ ਜੀ ਮੈਂ ਮਤਲਬ ਆਪਣੇ ਮਾਂ ਨੂੰ ਕਿਹਾ ਨਾ ਵੀ ਮੈਂ ਫਿਰ ਸ਼ਾਦੀ ਬਾਹਰ ਕਰ ਲਈ। ਵੀ ਇਹ ਤੁਸੀਂ ਚੰਗੀ ਰੀਤ ਬਣਾਈ ਹੈ ਵੀ ਸਾਡੀ ਫਲਾਣੀ ਵਡਕੀ ਉਹ ਵੀ ਇਸ ਤਰ੍ਹਾਂ ਵੀ ਜਦਾਦ ਦੀ ਖਾਤਰ ਸਾਡੇ ਵਡਕੇ ਤਾਂ ਨੀਅਤ ਖਰਾਬ ਕਰੀ ਖੜੇ। ਵੀ ਜੇ ਰੱਬ ਨੇ ਮਿਸਾਲ ਦੇਤੀ ਬੱਚੀ ਇੱਕ, ਤੇ ਇਹਦੇ ਸਾਡਾ ਕਿਹੜਾ ਕਸੂਰ ਆ? ਇਤਨੀ ਜਹਿਲੀਅਤ ਸੀ। ਉਸ ਤੋਂ ਬਾਅਦ ਆਸਤਾ ਆਸਤਾ ਖੈਰ ਉਹਨਾਂ ਨੇ ਕੀ ਕਰਿਆ, ਉਸ ਬੱਚੀ ਨੇ ਹਿੰਮਤ ਕਰਕੇ ਨਾ ਜੀ ਬਾਹਰ ਵਿਆਹ ਕਰਾ ਮਤਲਬ ਕੋਈ ਅੱਛਾ ਘਰਾਨਾ ਅੱਛਾ ਲੜਕਾ ਦੇਖ ਕੇ ਨਾ ਬਾਹਰ ਸ਼ਾਦੀ ਕਰਾ। ਉਹ ਖੈਰ ਸ਼ਾਦੀ ਕਰਾ ਲਈ, ਪਿਛਾ ਮਾਲਕਾਂ ਨੂੰ ਵੀ ਹੌਲੀ ਹੌਲੀ ਸਮਝ ਲੱਗੀ। ਮਾਲਕਾਂ ਨੇ ਉਸ ਚੀਜ਼ ਦਾ ਨਾ ਵੈਰ ਬਣਾ ਲਿਆ। ਮਾਲਕਾਂ ਨੇ ਮਤਲਬ ਸੋਚ ਇਹ ਕਰੀ ਗੱਲ ਵੀ ਹੁਣ ਵੀ ਇਹ ਤਾਂ ਮਿਸਾਲ ਵੀ ਮੁਰੱਬੇ ਦਾ ਮਾਲਕ ਨਹੀਂ, ਅਸੀਂ ਇੰਨੇ ਮੁਰੱਬਿਆਂ ਦੇ ਮਾਲਕ। ਸਾਡੀ ਮੁਰੱਬਾ ਕਾਹਦਾ? ਸੇਬਾਂ ਦਾ? ਸੇਬਾਂ ਦਾ, ਜ਼ਮੀਨ ਦਾ। ਅੱਛਾ, ਕਿੱਲੇ ਵੀ ਬਰਾਬਰੀ ਕਰੇਗਾ ਹੁਣ ਮਸਲ ਸ਼ਰੀਕੇ ਵਾਲੀ ਗੱਲ ਬਣ ਜੂ ਇਹ। ਉਸ ਤੋਂ ਬਾਅਦ ਲੜਾਈਆਂ ਮਸਲੇ ਮਸਾਇਲ ਇਸੇ ਤਰ੍ਹਾਂ ਹੀ ਕਰਦੇ ਕਰਦੇ ਨਾ ਬੜੀ ਮੁਸ਼ਕਲ ਨਾਲ ਜੀ ਖੈਰ ਉਹਨਾਂ ਨੇ ਉਸ ਲੜਕੀ ਨੂੰ ਜਦਾਦ ਥੋੜ੍ਹੀ ਬਹੁਤੀ ਦੇ ਕੇ ਨਾ ਸਾਈਡ ਤੇ ਕਰ ਫਾਰਗ ਕਰਤਾ। ਮਤਲਬ ਕੁਛ ਮੁਰੱਬੇ ਵਾਲੀ ਗੱਲ ਉਹਨੇ ਮਾਂ ਨੇ ਧੱਕੇ ਨਾਲ ਲੈ ਕੇ ਨਾ ਲਹਿਦੇ ਹੀ ਰਹਿਣ ਲੱਗ ਗਏ। ਇਸ ਤਰ੍ਹਾਂ ਜਿਵੇਂ ਜਿਵੇਂ ਉਹ ਆਸਤਾ ਆਸਤਾ ਬਦਲਦੇ ਗਏ ਨਾ, ਉਸੇ ਤਰ੍ਹਾਂ ਮਸਲ ਮਾਹੌਲ ਬਦਲਿਆ, ਉਹਨਾਂ ਦਾ ਘਰ ਦਾ ਰਿਵਾਜ ਬਦਲ ਗਏ। ਫਿਰ ਉਹ ਬੱਚੇ ਪੜ੍ਹੇ ਲਿਖੇ ਹੋਣ ਲੱਗ ਗਏ। ਕਾਫੀ ਹੱਦ ਤੱਕ ਮਸਲੇ ਮਸਾਇਲ ਜਿਹੜੇ ਉਹਨਾਂ ਦੇ ਨਾ ਇਸੇ ਤਰ੍ਹਾਂ ਹੀ ਹੱਲ ਹੁੰਦੇ ਹੁੰਦੇ ਅਖੀਰ ਇੱਕ ਨਾ ਇੱਕ ਦਿਨ ਉਹ ਸਹੀ ਰਸਤੇ ਤੇ ਆ ਕੇ ਵੀ ਨਹੀਂ ਇਹ ਕੰਮ ਜ਼ੁਲਮ ਆ। ਕੋਈ ਨਾ ਕੋਈ ਸਮਝਾਉਣ ਵਾਲਾ ਵੀ ਹੋਈ ਜਾਂਦਾ ਨਾ ਵੀ ਇਹ ਕੰਮ ਠੀਕ ਨਹੀਂ ਹੈ, ਜ਼ੁਲਮ। ਇਸ ਤਰ੍ਹਾਂ ਕਰਕੇ ਜੀ ਉਹ ਆਸਤਾ ਆਸਤਾ ਯਾਨੀ ਦੁਸ਼ਮਣੀਆਂ ਔਰ ਲੜਾਈਆਂ ਤੇ ਉਸ ਤੋਂ ਬਾਅਦ ਜਿਹੜੇ ਰਿਸ਼ਤੇ ਸਾਰੇ ਦੇ ਸਾਰੇ ਨਾ ਆਪਣੀ ਜਗ੍ਹਾ ਤੇ ਜਿਸ ਤਰ੍ਹਾਂ ਹੁਣ ਆਪਣੇ ਹੈ ਨਾ ਉਸੇ ਤਰ੍ਹਾਂ ਹੀ ਹੋਣ ਲੱਗ ਗਏ। ਬਸ ਉਹਨਾਂ ਦਾ ਰਸਮ ਰਿਵਾਜ ਫਿਰ ਠੀਕ ਹੋ ਗਿਆ। ਬਿਲਕੁਲ। ਉਹ ਤਾਂ ਜਨਾਬ ਤੁਹਾਨੂੰ ਮੈਂ ਇੱਕ ਗੱਲ ਸੁਣਾਵਾਂ ਸ਼ੁਕਰ ਦੀ। ਇੱਕ ਮਾਈ ਹੋਵੇ ਤੇ ਹੋਵੇ ਬੜੀ ਕੰਜੂਸ, ਬਹੁਤ ਕੰਜੂਸ। ਕਿ ਉਹਨੂੰ ਪਾਣੀ ਦਾ ਘੁੱਟ ਨਹੀਂ ਸੀ ਪੀਣ ਦਿੰਦੀ, ਪਾਣੀ ਦਾ ਘੁੱਟ ਨਹੀਂ ਸੀ ਪੀਣ ਦਿੰਦੀ। ਤੇ ਜਨਾਬ ਕੁਦਰਤ ਅੱਲਾ ਦੀ ਇਹ ਹੋਈ ਵੀ ਉਹਦਾ ਰਾਤ ਨੂੰ ਦੁੱਧ ਉਹਨੂੰ ਕੁੱਤਾ ਮੂੰਹ ਲਾ ਕੇ ਚਾਟੀ ਨੂੰ। ਦੁੱਧ ਵਾਲੀ ਜਿਹੜੀ ਚਾਟੀ ਸੀ ਨਾ ਰਿੜਕਣ ਵਾਲੀ, ਹਾਂ ਉਹਨੂੰ ਨਾ ਕੁੱਤਾ ਹਾਜੀ ਸਾਹਿਬ ਮੂੰਹ ਪਾ ਗਿਆ ਕਿਧਰੇ। ਉਹਨੇ ਵੀ ਦੇਖ ਲਿਆ ਵੀ ਕੁੱਤਾ ਖਰਾਬ ਕਰ ਗਿਆ ਦੁੱਧ ਸਾਡਾ ਦਹੀਂ। ਉਹਨੇ ਜਨਾਬ ਖੈਰ ਉਹਨਾਂ ਭਾਈ ਉਹਦਾ ਮੱਖਣ ਕੱਢਿਆ, ਜਿਹੜੀ ਲੱਸੀ ਸੀ ਨਾ ਉਹ ਬਾਹਰ ਲੈ ਕੇ ਚਾਟੀ ਬਹਿ ਗਈ ਜਨਾਬ, ਪਿਆਲਾ ਲੈ ਕੇ। ਜਿਹੜਾ ਰਾਹੀ ਲੰਘੇ ਉਸ ਨੂੰ ਕਹਿ ਲੱਸੀ। ਆਣ ਲੋਕ ਬੜੇ ਹੈਰਾਨ ਵੀ ਇਹ ਮਾਈ ਤਾਂ ਪਾਣੀ ਦਾ ਘੁੱਟ ਨਹੀਂ ਸੀ ਦਿੰਦੀ ਤੇ ਅੱਜ ਲੱਸੀ ਪਿਲਾ ਰਹੀ ਆ। ਉਹ ਇੱਕ ਫਾਕੀ ਵਰਗਾ ਉਹਦੇ ਕੋਲ ਨਾਲ ਰਿਹਾ ਗਿਆ, ਉਹਨੇ ਮਾਈ ਨੂੰ ਪੁੱਛਿਆ ਵੀ ਮਾਸੀ ਅੱਜ ਖੈਰ ਆ ਵੀ ਬੜੀ, ਅੱਜ ਖੁੱਲਾ ਦਿਲ ਕਰਿਆ ਹੋਇਆ ਵੀ ਲੱਸੀ ਪਿਲਾ ਰਹੀ ਹੈ, ਤੂੰ ਤਾਂ ਪਾਣੀ ਨਹੀਂ ਸੀ ਕਿਸੇ ਨੂੰ ਪੁੱਛਦੀ। ਉਹਨੇ ਕਿਹਾ ਵੀ ਬੱਚਾ ਕੀ ਕਰਾਂ, ਰਾਤੀ ਨਾ ਉਹ ਜਾਮਣੇ ਨੂੰ ਉਹ ਜਿਹੜਾ ਜਮਾਣਾ ਸੀਗਾ ਦੁੱਧ ਵਾਲਾ ਵੀ ਉਹਨੂੰ ਪੀ ਗਿਆ, ਕੁੱਤਾ ਚੱਟ ਗਿਆ ਤੇ ਹੋ ਗਿਆ ਖਰਾਬ। ਮੈਂ ਕਿਹਾ ਵੀ ਜ਼ਾਇਆ ਵੀ ਤਾਂ ਜਾਣੀ ਆ, ਚਲੋ ਲੋਕਾਂ ਹੀ ਨਹੀਂ ਬਣਾਦਾ। ਉਹ ਜਨਾਬ ਨਾ ਉਹਨੂੰ ਆਇਆ ਗੁੱਸਾ, ਉਹਨੇ ਜਨਾਬ ਉਹ ਪਿਆਲਾ ਜਿਹੜੇ ਚ ਪੀ ਰਿਹਾ ਸੀ ਨਾ ਉਹ ਫਾਕੀ ਵਰਗਾ, ਉਹਨੇ ਚੱਕ ਕੇ ਜਨਾਬ ਲੋ ਮਾਰਿਆ, ਭੰਨ ਤੇ ਮਿੱਟੀ ਦਾ ਪਿਆਲਾ ਸੀ। ਉਹਨੇ ਕਿਹਾ ਜਾ ਬੱਚਾ ਤੇਰਾ ਬੇੜਾ ਤਰਜੇ, ਇਸ ਤੇ ਮੈਂ ਆਪਣੇ ਸਾਈ ਨੂੰ ਪਿਸ਼ਾਬ ਕਰਵਾਉਂਦੀ ਸੀਗੀ ਜਿਹੜਾ ਤੂੰ ਆ ਭੰਨਿਆ। ਉਹਨੇ ਕਿਹਾ ਤੇਰਾ ਬੇੜਾ ਤਰ ਕਰਕਟ ਮਾਈ ਮੋਤਰ ਵਾਲੀ ਸਰਕਾਰ ਪੀ ਗਿਆ ਲੱਸੀ ਨੂੰ ਜਾ ਭਾਇਆ ਇਹ ਜੀ ਮਾਈ ਸੀਗੀ ਸੂਮੜੀ। ਹਾਂ ਬਈ ਲੈ ਬਈ ਲਓ ਜੀ ਨਾ ਉਹ ਪਹਿਲਾਂ ਨਾ ਬੈਠਕਾਂ ਹੁੰਦੀਆਂ ਸੀ ਕੱਚੀਆਂ ਬੈਠਕਾਂ ਹੋਣੀਆਂ, ਹੁੱਕਾ ਭਰਿਆ ਹੋਣਾ, ਮਹਿਫਲਾਂ ਲੱਗ ਰਹੀਆਂ ਤੇ ਉਹ ਨਾ ਅਕਸਰ ਨਾ ਕਿੱਲੀਆਂ ਟੰਗੀਆਂ ਆਉਂਦੀਆਂ ਠੋਕੀਆਂ ਆਉਂਦੀਆਂ ਸੀ ਬੈਠਕਾਂ 'ਚ।
ਕੋਈ ਸ਼ਾਇਦ ਟੰਗਣ ਨੂੰ ਲੈਂਟਨਾਂ ਵੀ ਟੰਗਦੇ ਲੈਂਟਨ ਟੰਗਦੀ, ਕਪੜਾ ਟੰਗਤਾ। ਉਹ ਸਾਡਾ ਇੱਕ ਬਾਬਾ ਸੀ, ਉਹਦਾ ਜਨਾਬ ਨਾ ਤਹਿਸੀਲਦਾਰ ਬੇਲੀ ਸੀਗਾ। ਬਣ ਗਿਆ। ਅੱਛਾ। ਉਹ ਤਹਿਸੀਲਦਾਰ ਆਇਆ ਜਨਾਬ ਬਾਬੇ ਕੋਲ ਹਾਂ। ਸਣੇ ਆਪਣੇ ਨਿਆਣਿਆਂ ਬੇਗਮ ਦੇ ਮਿਲਣ। ਆਇਆ ਵੀ ਬੇਲੀ ਨੂੰ ਮਿਲੀ ਹਾਂ। ਹਾਂ। ਉਹ ਜਾ ਕੇ ਨਾ ਬਾਬੇ ਨਾਲ ਦੁਆ ਸਲਾਮ ਲਈ ਅੱਛਾ। ਤੇ ਬਾਬੇ ਨੂੰ ਲੱਗਿਆ ਕਹਿਣ ਵੀ ਹਮਾਰੇ ਸਾਥ ਹਮਾਰੀ ਫੈमिली भी है। ਅੱਛਾ। ਹਾਂ। ਉਹ ਬਾਬਾ ਲੱਗਿਆ ਕਹਿਣ ਫਿਰ ਉਸਨੂੰ ਉਹਦਾ ਕਿੱਲੀ ਪਰ ਟੰਗ ਦੇ ਜੇ ਫੈਮਿਲੀ ਆ। ਉਹ ਬੰਦੇ ਨੂੰ ਹਾਂ। ਤੇਰਾ ਪਤਾ ਨਹੀਂ ਤਾਂ ਬਾਬੇ ਨੂੰ ਬਾਬਾ ਸਿੱਧਾ ਸੀ, ਉਹਨੂੰ ਕੀ ਪਤਾ ਫੈਮਿਲੀ ਕਾਹਨੂੰ ਕਹਿੰਦੇ। ਬੈਠਕਾਂ 'ਚ ਕੋਈ ਸ਼ਾਇਦ ਟੰਗਣ ਨੂੰ ਲੈਂਟਨਾਂ ਵੀ ਟੰਗਦੇ ਲੈਂਟਨ ਟੰਗਦੀ, ਕਪੜਾ ਟੰਗਤਾ। ਉਹ ਸਾਡਾ ਇੱਕ ਬਾਬਾ ਸੀ, ਉਹਦਾ ਜਨਾਬ ਨਾ ਤਹਿਸੀਲਦਾਰ ਬੇਲੀ ਸੀਗਾ। ਬਣ ਗਿਆ। ਅੱਛਾ। ਉਹ ਤਹਿਸੀਲਦਾਰ ਆਇਆ ਜਨਾਬ ਬਾਬੇ ਕੋਲ ਹਾਂ। ਸਣੇ ਆਪਣੇ ਨਿਆਣਿਆਂ ਬੇਗਮ ਦੇ ਮਿਲਣ। ਆਇਆ ਵੀ ਬੇਲੀ ਨੂੰ ਮਿਲੀ ਹਾਂ। ਹਾਂ। ਉਹ ਜਾ ਕੇ ਨਾ ਬਾਬੇ ਨਾਲ ਦੁਆ ਸਲਾਮ ਲਈ ਅੱਛਾ। ਤੇ ਬਾਬੇ ਨੂੰ ਲੱਗਿਆ ਕਹਿਣ ਵੀ ਹਮਾਰੇ ਸਾਥ ਹਮਾਰੀ फैमिली भी है। ਅੱਛਾ। ਹਾਂ। ਉਹ ਬਾਬਾ ਲੱਗਿਆ ਕਹਿਣ ਫਿਰ ਉਸਨੂੰ ਉਹਦਾ ਕਿੱਲੀ ਪਰ ਟੰਗ ਦੇ ਜੇ ਫੈਮਿਲੀ ਆ। ਉਹ ਬੰਦੇ ਨੂੰ ਹਾਂ। ਤੇਰਾ ਪਤਾ ਨਹੀਂ ਤਾਂ ਬਾਬੇ ਨੂੰ ਬਾਬਾ ਸਿੱਧਾ ਸੀ, ਉਹਨੂੰ ਕੀ ਪਤਾ ਫੈਮਿਲੀ ਕਾਹਨੂੰ ਕਹਿੰਦੇ ਆ। ਹਾਂ। ਤੇ ਉਸ ਤਹਿਸੀਲਦਾਰ ਅੱਗੋਂ ਕਾਬੜੇ ਹਾਂ। है उल्लू का पट्टा हमारे, मैं कह रहा हूँ हमारे साथ हमारी फैमिली भी है। कह रहा कह तो रहे हाँ उरा गाड़ दे किल्ली उरा उरा मंजे पर बैठ जा। ਕਿੱਲੀ ਪਟਾ ਕੇ ਦੇ। अखीर जनाब बाबा ਨੂੰ ਕੋਈ समझ ना आया। फिर उन्हें क्या हमारे साथ हमारे बीवी बच्चे हैं। इस तरह कहना भी घर वाली सुट रही है तेरे गैल, हाँ ਉਹਨੂੰ ਅੰਦਰ ਭੇਜ ਦੇ। ਇਹੋ ਜਿਹੇ ਸਿੱਧੇ ਬਾਬੇ ਹੁੰਦੇ ਸੀ ਉਸ ਵੇਲੇ। ਵਾਹ ਜੀ। ਇੱਥੇ ਯਾਦ ਆਈ ਗੱਲ ਇੱਕ ਕਿ ਕੋਈ ਨਾ ਤੇਰੇ ਫਾਕੀ ਵਰਗਾ ਜਾਂ ਕੋਈ ਸਾਦੀ ਵਰਗਾ ਕੁਝ ਜ਼ਿਆਦਾ ਪੜ ਗਿਆ ਤੇ ਉਹਨੇ ਜਨਾਬ ਲਈ ਸ਼ਾਦੀ ਕਰਾ ਲਈ। ਸ਼ਾਦੀ ਕਰਾ ਕੇ ਤੇ ਜਿਸ ਟਾਈਮ ਉਹ ਪਹਿਲਾਂ ਤਾਂ ਕਾਰਾਂ ਉਹ ਨਹੀਂ ਸੀ ਹੁੰਦੀਆਂ ਐਂ ਜੀ, ਮਤਲਬ ਕਰਦੇ ਸੀ ਸ਼ਾਦੀ ਸ਼ੁਦੀ ਬੱਸਾਂ ਬੁੱਸਾਂ ਚ ਗੱਡਿਆਂ ਤੇ ਜਾਂਦੀ ਸੀ ਘੋੜੀਆਂ ਦੇ ਬਰਾਤ ਜਾਣੀ। ਉਹ ਜਨਾਬ ਲਈ ਖੈਰ ਕੁੜੀ ਵਿਆਹ ਕੇ ਲੈ ਆਏ। ਉਹ ਦੁਬਾਰਾ ਮੜਾ ਚੁਕਾਊ ਫਿਰ ਬੱਸਾਂ 'ਚ ਜਾਣਾ ਪੈਣਾ ਸੀ। ਜਿਵੇਂ ਉਹ ਜਾਂਦੇ ਦੁਬਾਰਾ ਕੁੜੀ ਦੇ ਮੁੰਡਾ ਸਹੁਰਿਆਂ ਦੇ ਮਕਲਾਵਾ ਸਮਝ ਲਓ। ਉਹ ਜਨਾਬ ਜਿਸ ਟਾਈਮ ਗਏ ਤੇ ਬੱਸ ਸਟਾਪ ਤੇ ਆ ਗਏ। ਉਹਨੂੰ ਕੰਡਕਟਰ ਨੂੰ ਕਹਿਣ ਲੱਗਾ ਵੀ ਗੱਲ सुन मेरी भी मुझे 2 सीटें चाहिए। उन्होंने कहा एक मुझे और एक मेरी वाइफ के लिए। उन्होंने क्या गल सुन मेरी तू बह जा सीट ते, वाइफ ਨੂੰ ਮੈਂ ਛੱਤ ਰੱਖ ਦੇਣਾ। ਵਾਈਫ ਨੂੰ ਮੈਂ ਛੱਤ ਰੱਖ ਦੇਣਾ। ਕੰਡਕਟਰ ਅਨਪੜ੍ਹ ਸੀ। अच्छा और फिर कहता ओ बेवकूफ़ खोता, मैं तेनू कह रहा मुझे 2 सीटें चाहिए, एक मुझे और एक मेरी वाइफ के लिए। उन्होंने कहा उस्ताद जी मैं जो तेनू कहता मैं उत्ते रख देना, तसल्ली ना रखूंगा किसी पासे नहीं जाती, मैं तसल्ली ना रखूंगा। उत्तों जनाब जी वो ड्राइवर आ गया। ओए की गल है क्यों लड़ी जाते हैं? उन्होंने कहा जी मुझे 2 सीटें चाहिए, एक मुझे और एक मेरी वाइफ के लिए। उन्होंने कहा भैन चोदा ਇਹਨੂੰ ਬੰਦ ਰੱਸੇ ਨਾਲ ਉੱਤੇ ਵਾਈਫ ਨੂੰ ਹੈ ਡਿੱਗੇਗੀ ਨਹੀਂ ਹੈ ਕਿਸੇ ਪਾਸੇ ਉੱਡੇਗੀ ਨਹੀਂ ਤੇ ਇਹਨੂੰ ਸੀਟ ਦੇ ਦੇ। ਉਹਨੇ ਮੁੜ ਕੇ ਉਹ ਕਹਿਣ ਲੱਗਾ ਗੱਲ ਸੁਣ ਮੇਰੀ, ਮੈਂ ਜਿਹੜੀ ਤੈਨੂੰ ਗੱਲ ਕਰ ਰਿਹਾ ਮੈਨੂੰ 2 ਸੀਟਾਂ ਚਾਹੀਦੀਆਂ ਨੇ, ਇੱਕ ਮੈਨੂੰ ਤੇ ਇੱਕ ਮੇਰੀ ਬੀਵੀ ਨੂੰ। ਉਹਨੇ ਕਿਹਾ ਤੂੰ ਪਹਿਲਾਂ ਹੀ ਕਿਹਾ ਕਿ ਬੀਵੀ ਵਾਸਤੇ ਸੀਟ ਚਾਹੀਦੀ ਤੇ ਤੂੰ ਸਾਨੂੰ ਵਾਈਫ ਲਾਈ ਹੋਈ ਹੈ ਵੀ ਸਾਨੂੰ ਕੀ ਪਤਾ ਵਾਈਫ ਕੀ ਹੁੰਦੀ ਹੈ। ਉਹ ਹਿਸਾਬ ਭਾਈ ਲੋਕ ਸੀ ਪਹਿਲਾਂ ਸਾਦਾ ਲੋਕ ਸੀ। ਉਹ ਨਾ ਇਹ ਜਿਹੜਾ ਕੰਡਕਟਰ ਮਹਿਕਮਾ ਹੁੰਦਾ ਨਾ ਬੱਸਾਂ 'ਚ ਕੰਡਕਟਰ, ਇਹ ਬੜੇ ਤੇਜ਼ ਤੇ ਆਪਣੇ ਆਪ ਨੂੰ ਬੜੇ ਹੁਸ਼ਿਆਰ ਸਮਝਦੇ ਆ। ਆਮ ਸਿੱਧੀ ਸਵਾਰੀ ਨੂੰ ਤਾਂ ਇਹ ਚੰਗਾ ਭਲਾ ਉੱਲੂ ਬਣਾ ਦਿੰਦੇ। ਉਹ ਜਨਾਬ ਇੱਕ ਕੰਡਕਟਰ ਹੋਵੇ ਫਾਕੀ, ਉਹਨੇ ਜਨਾਬ ਮੰਗਿਆ ਇੱਕ ਬੰਦੇ ਕੋਲੋਂ ਕਿਰਾਇਆ। ਉਹਨੇ ਕਿਹਾ ਮਾਮਾ ਕਿਰਾਇਆ ਦੇ। ਮਾਮਾ ਕਿਹਾ, ਉਹਨੇ ਕਿਹਾ ਮਾਮਾ ਕਿਰਾਇਆ ਦੇ। ਉਹਨੇ ਜਨਾਬ ਕਿਰਾਇਆ ਦੇ ਤੇ ਉਹਨੂੰ ਕਹਿਣ ਲੱਗਿਆ ਵੀ ਉਰੇ ਆ ਯਾਰ ਭਾਣ ਜਦੋਂ ਤੂੰ ਮੇਰਾ ਹੈ ਆ, ਮੇਰੀਆਂ ਸੀ 2 ਭੈਣਾਂ, ਇੱਕ ਉਦਲ ਗਈ ਸੀ ਤੇ ਇੱਕ ਝਕੜੇ 'ਚ ਬਹਿ ਗਈ ਸੀ ਵੀ ਤੂੰ ਦੱਸ ਕਿਹੜੀ ਅੱਗੋਂ ਬੰਦਾ ਵੀ ਪਹੁੰਚ। ਉਹਨੇ ਕਿਹਾ ਮੇਰੀਆਂ 2 ਭੈਣਾਂ, ਇੱਕ ਉਦਲ ਗਈ ਸੀ ਇੱਕ ਝਕੜੇ 'ਚ ਬਹਿ ਗਈ ਸੀ, ਤੂੰ ਕਿਹੜੀ ਚੋਂ ਆਪਣਾ ਭਾਣ ਜਦੋਂ ਮੈਂ ਤੈਨੂੰ ਤਸਲੀਮ ਕਰ ਲਿਆ ਤੇਰੇ ਮਾਮੂ ਤੂੰ ਮੈਨੂੰ ਦੱਸ ਤੇ ਸਹੀ। ਮੈਂ ਆਣਾ ਉਹਦੀ ਮਾਂ ਹੀ ਮਰ ਗਈ ਵੀ ਕਿਹੜੇ ਤੂੰ ਕਿਰਾਇਆ ਵੀ ਲੈ ਲਾ। ਐਸੇ ਵੀ ਭਾਈ ਹਾਜ਼ਰ ਦਿਮਾਗ ਹੁੰਦੇ ਆ। ਲੈ ਤੂੰ ਵੀ ਸੁਣਾ ਲਾ ਕਿ ਤੂੰ ਟੇਕ ਬਸ ਕਰੋ ਹੁਣ ਕਿਉਂ ਬਸ ਕਿਉਂ ਬਸ ਬੜੀ ਹੈ ਦੇਖਦੇ ਸੀ ਕਿੰਨਾ ਹੁੰਦਾ। ਕਿੰਨੇ ਮਿੰਟ ਹੋ ਗਈ?